ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ। ਗਾਵਹਿ ਗੰਭੀਰ ਧੀਰ ਮਤ ਸਾਗਰ ਯੋਗੀ ਜੰਗਮ ਧਿਆਨ ਤਰੇ। ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ। ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਗੁਰ ਸੇਵਾ ਤੇ ਸਭ ਕਿਛ ਪਾਏ। ਹਉਮੈ ਮੇਰਾ ਆਪ ਗਵਾਏ।
गुर सेवा ते सब किछ पाए। हो मैं मेरा आप गवाए। आपे कृपा करे सुख दाता। गुर कै शब्दे सोहाहे। गुर का शब्द अमृत है बाणी। अन दिन हर का नाम वखाणी। हर हर सच्चा वसै घट अंतर। सो घट निर्मल ताहा है। सेवक सेवह शब्द सलाहे। सदा रंग राते हर गुण गावे। आपे बख्शे शब्द मिलाए। परमल वास मन ताहा है। शब्दे अकथ कथे सालाहे। मेरे प्रभ साचे वे परवाहे। आपे गुण दाता शब्द मिलाए। शब्द कारज स्वताहा है। शब्दे अकथ कथे सालाहे। मेरे प्रभ साचे बेपरवाहे। आपे गुण दाता शब्द मिलाए। शब्द का रस ताहा है। वाहिगुरु जी का खालसा वाहिगुरु जी की फतेह। परम सन्मानयोग जुगो जुग अटल चबर छतर तख दे मालक। बाणी के बोहित जाहरा जहूर हाजरा हजूर। सर्व कला समरथ धन धन साहिब श्री गुरु ग्रंथ साहिब। सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सतसंगी जनो। आप जी वड भागे हो जो दशमेश पिता गुरु कलगीधर सतगुरु। अमृत के दाते सर्वंस दानी सहबे कमाल। धन धन साहिब श्री गुरु गोबिंद सिंह महाराज जी दी चरण छो धरती। महान पवित्र अस्थान गुरुद्वारा मंजी साहिब आलमगीर विखे अमृत बेले तो हाजरियां भर के सत संगत करके अपने मनुखा जन्म नूं सफला कर रहे हो। सहबां दे पावन दरबार दे विच अमृत बेले तो सजे दीवाना विच आप जी हाजरियां भर के गुरु साहबान दीयां खुशियां प्राप्त कर रहे हो। सतगुरां दी निੱਘੀ गोद दे विच आप जी ने हुणे ही सत्कार जो गुरु घर दे कीर्तनियां पासों श्री आसा जी की वार दे कीर्तन श्रवण कीते हन।
ਸਵਾਓ ਗੁਰੂ ਸਵਾਰਿਓ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ। ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਮਾਰੂ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦ ਮਾਰੂ ਸੋਲ੍ਹੇ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਪਿਛਲੇਰੇ ਦੀਵਾਨਾਂ ਦੇ ਵਿੱਚ ਆਪ ਜੀ ਨੇ 8 ਬੰਦਾਂ ਤੱਕ ਵਿਚਾਰ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ 9ਵੇਂ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। 1057 ਅੰਕ ਤੇ ਸਤਿਗੁਰੂ ਰਹਿਮਤ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਸੇਵਾ ਤੇ ਸਭ ਕਿਛ ਪਾਏ, ਹੋ ਮੈਂ ਮੇਰਾ ਆਪ ਗਵਾਏ। ਪਿਛਲੇਰੀ ਵਿਚਾਰ ਦੇ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਸੀ ਕਿ ਗੁਰੂ ਸਾਹਿਬਾਨ ਦੇ ਚਰਨਾਂ 'ਚ ਸਤਿਗੁਰੂ ਮਹਾਰਾਜ ਦੇ ਪਿਆਰੇ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਜੀਵ ਦੇ ਅੰਦਰੋਂ ਹਉਮੈ ਜਿਹੜੀ ਹੈ ਇਹ ਮੁੱਕਦੀ ਨਹੀਂ। ਹਉਮੈ ਦੇ ਕਰਕੇ ਹੀ ਪਰਮਾਤਮਾ ਨਾਲ ਜੀਵ ਦੀ ਬਿੱਤ ਜਿਹੜੀ ਦਿਨੋਂ ਦਿਨ ਵੱਧਦੀ ਜਾਂਦੀ ਹੈ। ਤੇ ਸਤਿਗੁਰੂ ਜੀ ਹਉਮੈ ਨੂੰ ਮੁਕਾਉਣ ਦਾ ਤਰੀਕਾ ਕੀ ਹੈ, ਉਹ ਕਿਹੜੀ ਜੁਗਤੀ ਹੈ? ਤੇ ਸਤਿਗੁਰੂ ਕਹਿੰਦੇ ਨੇ ਕਿ ਗੁਰੂ ਦੀ ਸੇਵਾ। ਜਦੋਂ ਗੁਰੂ ਦੀ ਸੇਵਾ ਕਰਾਂਗੇ, ਗੁਰੂ ਦੀ ਸ਼ਰਨ ਤੱਕਾਂਗੇ, ਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਜਿੱਥੇ ਸਾਡੇ ਅੰਦਰੋਂ ਹਉਮੈ ਹੰਗਤਾ ਮਮਤਾ ਇਤਿਆਦ ਮੁੱਕ ਜਾਵੇਗੀ, ਉੱਥੇ ਗੁਰੂ ਦੀ ਸੇਵਾ ਕਰਕੇ ਆਪਾਂ ਗੁਰੂ ਸਾਹਿਬਾਨ ਪਾਸੋਂ ਜੋ ਮੰਗਾਂਗੇ ਸਤਿਗੁਰੂ ਸਾਨੂੰ ਉਹ ਦੇ ਦੇਣਗੇ। ਕਿਉਂਕਿ ਲੋੜ ਹੈ ਭਰੋਸੇ ਦੀ, ਵਿਸ਼ਵਾਸ ਦੀ। ਆਪਾਂ ਗੁਰੂ ਘਰ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸ਼ਰਧਾ ਭਾਵਨਾ ਰੱਖ ਕੇ ਸੇਵਾਵਾਂ ਕਰਦੀਆਂ ਹਨ। ਕੋਈ ਲੰਗਰਾਂ ਵਿੱਚ ਸੇਵਾ ਕਰਦਾ, ਕੋਈ ਜੋੜੇ ਘਰ ਸੇਵਾ ਕਰਦਾ, ਕੋਈ ਸਫਾਈ ਦੀ ਸੇਵਾ ਕਰਦਾ, ਝਾੜੂ ਪੋਚਾ ਇਤਿਆਦਿਕ ਲਾਉਂਦਾ ਏ। ਸਾਰੀਆਂ ਸੇਵਾਵਾਂ ਸਤਿਗੁਰ ਦੇ ਦਰ 'ਤੇ ਪ੍ਰਵਾਨ ਨੇ। ਪਰ ਕਈ ਵਾਰੀ ਐਸਾ ਹੁੰਦਾ ਏ ਕਿ ਗੁਰੂ ਘਰ ਦੀ ਸੇਵਾ ਕਰਦਿਆਂ ਮਨੁੱਖ ਦੇ ਅੰਦਰ ਹਉਮੈ ਜਿਹੜੀ ਹੈ ਹੋਰ ਜ਼ਿਆਦਾ ਵੱਧ ਜਾਂਦੀ ਹੈ। ਉਹ ਹਉਮੈ ਵਧਣ ਦਾ ਕਾਰਨ ਕੀ ਹੈ? ਕਿਉਂ ਮਨ ਦੇ ਵਿੱਚ ਇਹ ਹੰਕਾਰ ਆਉਂਦਾ, ਮਾਣ ਆਉਂਦਾ ਕਿ ਮੈਂ ਗੁਰੂ ਘਰ ਦੀ ਸੇਵਾ ਕਰਦਾ, ਜੇ ਮੈਂ ਨਾ ਹੋਵਾਂ ਤੇ ਮੇਰੇ ਤੋਂ ਬਿਨਾਂ ਕੋਈ ਸੇਵਾ ਨਹੀਂ ਕਰ ਸਕਦਾ। ਇਹ ਹੰਗਤਾ ਮਮਤਾ ਅੰਦਰ ਹੈ, ਮਾਣ ਹੈ। ਤੇ ਸਤਿਗੁਰੂ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ, ਤੂੰ ਨਿਮਾਣਾ ਬਣ ਕੇ ਸੇਵਾ ਕਰ। ਤੂੰ ਸੇਵਾ ਨਹੀਂ ਕਰ ਰਿਹਾ, ਤੇਰੇ ਪਾਸੋਂ ਗੁਰੂ ਕਰਵਾ ਰਿਹਾ ਹੈ। ਗੁਰੂ ਨੇ ਬਖਸ਼ਿਸ਼ ਕੀਤੀ ਹੈ, ਫਿਰ ਤੇਰੇ ਹੱਥ 'ਚ ਝਾੜੂ ਪਕੜਾਇਆ। ਗੁਰੂ ਨੇ ਬਖਸ਼ਿਸ਼ ਕੀਤੀ, ਤੇਰੇ ਹੱਥ 'ਚ ਪੋਚਾ ਪਕੜਾਇਆ, ਤੂੰ ਪੋਚਾ ਲਾ ਰਿਹਾ, ਤੂੰ ਨਹੀਂ ਲਾ ਰਿਹਾ। ਗੁਰੂ ਨੇ ਤੇਰੇ ਮਨ ਨੂੰ ਪ੍ਰੇਰਨਾ ਕੀਤਾ ਹੈ। ਇਹ ਕਾਰਨ ਕੀ ਹੈ? ਕਿਉਂ ਜੀਵ ਦੇ ਅੰਦਰ ਇਹ ਹਉਮੈ ਆਉਂਦੀ ਹੈ? ਸੇਵਾ ਕਰਕੇ ਤਾਂ ਮਨ 'ਚ ਨਿਮਰਤਾ ਆਉਣੀ ਚਾਹੀਦੀ ਹੈ, ਪਰ ਹਉਮੈ ਕਿਉਂ ਆਉਂਦੀ ਹੈ? ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਨੂੰ 2 ਚੀਜ਼ਾਂ ਦੀ ਬਖਸ਼ਿਸ਼ ਕੀਤੀ ਹੈ ਕਿ ਸਿੱਖ ਨੇ ਆਪਣੇ ਜੀਵਨ ਕਾਲ ਦੇ ਵਿੱਚ 2 ਚੀਜ਼ਾਂ ਨੂੰ ਅਪਣਾਉਣਾ ਹੈ। ਇੱਕ ਸੇਵਾ ਤੇ ਦੂਜਾ ਨਾਲ ਸਿਮਰਨ। ਤੇ ਅੱਜ ਸਾਡੇ ਕੋਲ ਜੇ ਸੇਵਾ ਹੈ ਤੇ ਸਿਮਰਨ ਨਹੀਂ ਹੈ, ਜੇ ਸਿਮਰਨ ਹੈ ਫਿਰ ਸੇਵਾ ਨਹੀਂ ਹੈ,
जिस करके ये होमै का कारण साडे अंदर बनता आ रहा है, साडे अंदर होमै आ रही है। जिवें एक पंछी नूं उडारी मारन दे लई दोने खंभां की लोड़ है। जे पंछी का एक खंभ खराब हो जाए ना, पंछी उड़ नहीं सकता, उन्होंने फिर कुत्ते बिल्ले इत्यादि खा लेंदे ने। इसे तरह ही जदों साडे कोल कल्ली सेवा रह गई, सिमरन नहीं है, ਜਾਂ सिमरन है पर सेवा नहीं है, तो सानू भी फिर काम क्रोध लोह रूप जिहड़े कुत्ते बिल्ले ने ये खा लैणगे, ये खत्म कर देणगे। इस करके सतगुरु महाराज कहते ने कि भाई तू गुरु की सेवा करनी, गुरु की शरण विच आके ते नाल गुरु नूं चेते रखना है। सेवा किस तरह करनी है? कहते सेवा करत होए निहकामी, तिसको होत प्राप्त स्वामी। निहकामी कामना तो रहत हो के मन च किसी प्रकार की इच्छा नहीं रखनी है। ये भरोसा रखना कि चलो जिस गुरु के दर ते मैं सेवा कर रहा उन्हें मैं अब समय अनुसार उस गुरु ने आप ही मेरी लोड़ां पूरियां करनियां ने। बड़े बड़े गुरु घर विखे इहो जे सेवादारों जिन्हें सेवावां कीतियां ने, खुद आप सतगुरु महाराज का बचन पढ़ीए, गुरु अमरदास पातशाह का जीवना पढ़ के देखिए, तो सतगुरु ने किन्नी अणथक सेवा की है। धन गुरु अमरदास पातशाह महाराज नूं सवाल कर लिया, कहन लगे पातशाह गुरु की सेवा की है, किस तरीके नाल करनी चाहिए है। सतगुरु जी ने बड़ी सुंदर उदाहरण दे के समझाना किया। पातशाह जी फरमान करते हैं कि हस्ती सिर ज्यों अंकस है, अहरण ज्यों सिर दे, मन तन आगै राख कै, उबी सेव करे, इयों गुरमुख आप निवारी है, सब राज सृष्ट काले। सतगुरु जी समझाते ने, कहें देखो जिवें एक हस्ती हाथी, हाथी दे सिर ते अंकस तो पा कुंडा, लोहे का एक टुकड़ा जिन्हों लोहार गुरु सवारे पहला भट्ठी च तपाउंदा, उन्होंने चंगी तरह लाल करके फिर उन्होंने टुकड़े नूं एक कुंडे का रूप नूं मोड़दा है, वह कुंडे का रूप धारण कर जाता है। मुहावत हाथी दे सिर उत्ते इस कुंडे नूं रखदा है, जिधरले पासे नूं कुंडा मुड़दा उधरले पासे नूं हाथी मुड़ जाता है। जिन्ना हाथी एडा बड़ा बड़ा जानवर जंगल का रहन वाला कुंडे तो डरदा और किसी तो नहीं डरदा। तो गुरु साहबान कहते जिस तरह हाथी दे सिर उत्ते कुंडा है, तो उन्हें अपने आप नूं कुंडा बनिया किवें, आहरण दे थल्ले कहते अपने सिर नूं देना कीता, लोहार ने सट्टा मार मार के मोड़िया। इस तरह कहते इस तरह ऐ जीव तू भी अपना मन तन आग्या राख कै उबी सेव करे। अपना मन भी अपना तन भी गुरु के अगे अर्पण कर दे, तो गुरु साहबान के चरणों च बेनती कर कि पातशाह कि मेरा मन भी तुहाडा तन भी तुहाडा, ते मेरे ते कृपा करो। कहते जो इस तरह अपना मन तन अर्पण करके गुरु की सेवा करेगा, फिर गुरु के दर तो मिलेगा कि इयों गुरमुख आप निवारी है, सब राज श्रेष्ठ का ले। गुरमुख जन जिहड़े गुरु के सन्मुख रहन वाले हैं, वो अपना आप निवार दिंदे ने, कदे अपने अंदर हंगता ममता नहीं, अहंकार नहीं आण दिंदे। तो इहो जे फिर गुरमुख जन सारी सृष्टि का राज भाग प्राप्त कर लेंदे ने। हुण जदों आपां गुरु अमरदास पातशाह महाराज का जीवन पढ़ते हैं, तो धन गुरु अमरदास पातशाह ने अणथक सेवा की, उबी सेव की है। कहते जदों सतगुरु जी ने गुरु अंगद दे महाराज के चरणों में रह के 12 साल सेवा की, 12 सालों बाद फिर सतगुरु जी ने अज बख्शिश की
गुरु अंगद अमरदास पातशाह महाराज नूं गद्दी उत्ते बिठा दिता। 5 पैसे नारियल रख के परिक्रमा करके मत्था टेक दिता ते नाल पातशाह ने वर दिते कि तुसी निमाणियों के मान हो, निताणियों के ताण हो, निगतियों की गत हो, निपत्तियों की पत हो, भन्नण घड़न समरत हो, बंदी छोड़ हो इत्यादक कहण लगे दाता जी सब कुछ तुहाडे हथ हो। ये 12 वार सतगुण दिते ते गुरगद्दी उत्ते विराजमान हो गए। गुरु अंगद दे महाराज ज्योति जो समा गए ने। फिर सतगुरु जी गोविंदवाल साहिब की धरती ते रह के सिखां पासों सेवा कराते ने। बौली जिहड़ा सब तो पहला सिख इतिहास दे विच जे तुहानूं पुछया जावे कि भाई सिखां दा सब तो पहला तीर्थ किहड़ा है ते उदों नाम आना है बौली साहिब दा। गुरु अमरदास पातशाह ने जो गोविंदवाल साहिब विखे जात पात दे वितकरे नूं खत्म करन दे लई 84 पौड़ियां सिरज के ये बौली बनाना कीती ते जिथे किसी भी जात दा मजहब दा जीव आके इशनान करे, जपजी साहिब दा पाठ करे ते उहदे उत्ते सतगुरु महाराज की बख्शिश हुंदी सी। ते पातशाह ने इत्थों तक वचन कर दिते सी कि जिहड़ा भाई 84 वारी 84 इशनान लगातार इत्थे बैठ के करेगा तो 84 पाठ जपजी साहिब दे करेगा तो 84 कट देंगे। ये पातशाह ने वर दिता है। तो गुरु सवारिओ सतगुरु सेवावां करवा रहे हैं। सेवा करदे आ जिहड़ा भी सतगुर दे दर ते सेवा करदा, कोई दुध मंगदा, कोई पुत मंगदा, कोई कारोबार मंगदा, जो कुछ गुरु दे दर ते आके मंग रहे ने ते धन गुरु अमरदास पातशाह देई जा रहे हैं। किसी प्रकार की कमी नहीं रहन दिंदे। जो पातशाह जी बख्शां कर रहे हैं, कहते एक दिन सतगुर दे कोल कत्तर हो के सिखां ने सतगुर नूं सवाल कर दिता। कहण लगे पातशाह जी तुहाडे उत्ते एडियां वड्डियां बख्शां होईयां, तुसी अमृत वेले पहर रात रहिंदी तो जागदे इन्नी भजन बंदगी करदे, हाले हुण तक बिरध अवस्था है। जिहड़ी मंजिल नूं तुसी प्राप्त करना सी, गुरु की सेवा करके गुरगद्दी दे मालक बनना सी, वो बन चुके हो। रिद्धियां सिद्धियां तुहाडे हाथ दे विच ने ते सतगुरु फिर तुहानूं सिमरन करन दी की लोड़ है। तो सतगुरु महाराज ने फिर उस समय उत्तर देना कीता। कहण लगे भाई जिवें एक झाड़ूदार बाजार दे विच झाड़ू ला रहा गरीब इंसान, उत्थों एक शाहूकार लंघिया। शाहूकार दे मन च तरस आया कि मैं इस गरीब शाहूकार दी गरीबी दूर करा। कहते ने शाहूकार ने उस समय उन्हें कीमती लाल देना कीता। लाल दिता, कहन लग्या आ लै लाल, तेरी इहदे नाल गरीबी दूर हो जाएगी। कहते ने उस गरीब इंसान ने लाल नूं मत्थे नाल लाया, अपने बोझे च पाया, फिर वो वापस आ गया। दूजे दिन फिर इस तरह सेवावां कर रहा, झाड़ू ला रहा। समा लंघिया, कुछ कु दिनां बाद शाहूकार फिर उत्थों दी लंघिया। शाहूकार ने देखना कीता कि मनुख कितना लालची है, मैनू कीमतन लाल देना कीता जिहदा बड़ा भारी मुल है, पर यह फिर भी अज फिर झाड़ू ला रहा है। कहते शाहूकार ने आवाज़ मारी, कहन लगे कि ऐ जीव ऐ भाई गल सुनना कर। कहन लग्या तैनू मैं कीमती लाल देना कीता सी। ते मनुख कहन लग्या हाँ जी मैनू लाल मिल गया। कहन लगे जे लाल तैनू प्राप्त उहदे राही तेरी गरीबी दूर होनी है, फिर तू झाड़ू क्यों ला रहा है। ते अगों वो झाड़ू वाला कहन लग्या कि देखो जी इसे झाड़ू दे झाड़ू लाण करके, झाड़ू की सेवा करन करके
मैनू एक कीमती लाल प्राप्त होया है। जे अज मैं झाड़ू लाना छड़ दिया, सेवावां करनी छड़ देवां, तो कहन लगे फिर मेरे जैसा बड़ा कोई किरत घाण नहीं होवेगा। इसे करके मैनू ये दात प्राप्त हुई है। तो सतगुरु गुरु अमरदास पातशाह ने समझाया, कहन लगे कि मैं भी गुरु नानक दे दर दा झाड़ूदार हाँ। गुरु नानक दे घरों मैनू ये खुशियाँ मिलियाँ, गुरु नानक दे घरों मैनू ये मरतबा मिलिया, ये दर्जा मिलिया। मैनू सतगुरु जी ने तरस करके अपनी गद्दी दा मालक बना दिता। पर जे हुण मैं मालक बनिया हाँ, तो मालक बन के मेरा मतलब ये नहीं कि मैं मालक दा सिमरन करना छड्ड दियां, बंदगी करनी छड्ड दियां। सतगुरु कहन लगे बाकी गल है कि बंदगी करनी, जे अज मैं करांगा बंदगी तो मेरे सिख भी मैनू देख के करनगे। जे मैं बंदगी आप ना करा, अपने सिखां नूं उपदेश देवां कि भाई बंदगी करो, सेवा करो, तो सतगुरु कहंदे फिर गल ये होवेगी कि सिख कहणगे गुरु पातशाह जी आप तो बंदगी करते नहीं, सानू कही जा रहे ने। पातशाह आप तो अमृत वेले उठते नहीं, तो सानू कहते हैं कि अमृत वेले उठो। नहीं, इस तरह नहीं होना। गुरु साहबान जो सतगुर का जीवन है ना, वो प्रैक्टिकल है। पहला सतगुरु ने अपने तन उत्ते हंडाया, फिर सतगुरु जी ने सानू उपदेश देना कीता। शहीद जो आप शहीदां की गिणती करते हैं, जिन्ने भी बड़े बड़े जरनैल सूरमे होए ने, जिन्होंने शहादत का जाम पीना किया, अनेक घटनावां सिख इतिहास में वरतियां ने गुरु पातशाह समय तो। हुण जे शहीद होए ने तो सब तो पहला प्रैक्टिकल किया गुरु अर्जन देव महाराज ने। साईं मियाँ मीर जी कहते ने सतगुर की शरण विच आए तो पातशाह बाणी पढ़ रहे कि तन मन काट काट सब आरपी, बिच अग्नि आप जलाई। तो पीर साईं मियाँ मीर जी कहते इस तरह नहीं हो सकता। ये कहण दीयां गल्लां ने, पर कोई अपना तन मन अपना सब कुछ कटवा के अपने जींदियां अग विच नहीं साड़ सकता। तो गुरु अर्जन देव महाराज कहण लगे कि बड़े सतगुर दे बचन ने, जे बड़े सतगुर ने बचन कीते, ये बचन बिल्कुल सत ने, हो सकता है। समा आण ते पीर जी तुहाडे सवाल दा तुहानूं उत्तर मिल जावेगा। जदों फिर सन आया 1606, लाहौर देवरा साहब जिथे स्थान बनिया होया है, उत्थे सतगुरु नूं असह तसीहे दे के शहीद किया जा रहा। जाशा के कानून अधीन तत्ता रेत पाया जा रहा, तत्ती तवी उत्ते चौंकड़ा मार के बैठे ने, उबलते देगे विच उबालिया थले अग बल रही है। ये सारे असह तसीहे पीर शाही मियाँ मीर जी ने अपने नेत्रां देखना कीते ते गुरु साहबान के चरणों च बेनती की कि पातशाह आप जी हुक्म करो, मैं लाहौर ते दिल्ली की इट ना इट खड़का दियाँ, धरती मूंदी मार दियाँ। तो सतगुरु कहन लगे पीर साईं मियाँ मीर जी नेत्र बंद करो। जो नेत्र बंद किते ते जिन्नियां भी गुप्त शक्तियां ने, देवी देवते पीर पकंबर औड़िए, वो सारे गुरु अर्जन देव महाराज दे अगे हाथ जोड़ के खलोते ने। वो बेनतियां कर रहे ने कि पातशाह सानू हुक्म करो, असी ना तुरकाने का खात्मा करना करिए। सो गुरु सवारियो सतगुरु जी ने समझाया, कहण दा भाव है शहीद गुरु अर्जन देव महाराज ने अपने शरीर उत्ते हंडाया, असह तसीहे झले, तो सतगुरां तो बाद पता नहीं फिर किन्ने शहीद होए ने, किन्नियां नूं उबलदे देगियां विच उबालिया गया, किन्नियां नूं चरखड़ियां उत्ते चाढ़िया गया, किन्नियां दा बंद बंद कटिया गया, अनेका हो गए ने। तो उन्होंने जे गुरु साहबान जी ने समझाया कि भाई कि जिहड़ा सतगुरु जी ने वचन करता वो बिल्कुल सत है। तो सतगुरु ने अपने जीवन उत्ते हंडाया, तो हंडाण तो बाद फिर सानू उपदेश दिता कि भाई तुसीं एक कमाई करनी है। जे तुहाडे उत्ते कोई दुख की घड़ी आ गई है ना, तो दुख वेले घबराना नहीं है।
ਤੇ ਉਦੋਂ ਪ੍ਰਭੂ ਨੂੰ ਚੇਤੇ ਕਰਨਾ, ਪ੍ਰਭੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਤੇ ਸਤਿਗੁਰੂ ਮਹਾਰਾਜ ਨੇ ਆਪ ਬਾਂਹ ਪਕੜਨੀ ਹੈ। ਸੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਵੀ ਇਹੀ ਬਚਨ ਕੀਤੇ। ਕਹਿਣ ਲੱਗੇ ਭਾਈ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ? ਜੋ ਆਪਾਂ ਆਪਣੇ ਜੀਵਨ ਉੱਤੇ ਹੰਢਾ ਰਹੇ ਹਾਂ, ਸਿਮਰਨ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ, ਕਹਿੰਦੇ ਇਸੇ ਹੀ ਸਿਮਰਨ ਸੇਵਾ ਕਰਕੇ ਹੀ ਸਾਨੂੰ ਇਹ ਦਾਤਾਂ ਮਿਲੀਆਂ ਨੇ। ਅਸੀਂ ਗੱਦੀ ਦੇ ਮਾਲਕ ਬਣੇ ਆ। ਜੇ ਸਾਡੇ ਕੋਲ ਸੇਵਾ ਨਹੀਂ, ਸਿਮਰਨ ਨਹੀਂ, ਆਪਾਂ ਨਹੀਂ ਕਰਾਂਗੇ ਤੇ ਸਾਡੇ ਸਿੱਖ ਸਾਨੂੰ ਦੇਖ ਕੇ ਉਹ ਵੀ ਨਹੀਂ ਕਰਨਗੇ। ਇਸ ਕਰਕੇ ਅਸੀਂ ਜੋ ਉਪਦੇਸ਼ ਦਿੰਦੇ ਹਾਂ ਉਸ ਉਪਦੇਸ਼ ਨੂੰ ਪਹਿਲਾਂ ਆਪ ਕਮਾਉਂਦੇ ਹਾਂ। ਪਹਿਲਾਂ ਆਪ ਕਮਾਉਣਾ, ਆਪਣੇ ਉੱਤੇ ਲਾਗੂ ਕਰਨਾ, ਫਿਰ ਆਪਣੇ ਸਿੱਖਾਂ ਨੂੰ ਹੁਕਮ ਕਰਨਾ ਕਿ ਦੇਖੋ ਤੁਸੀਂ ਭਾਈ ਆਹ ਕਰਮ ਕਰਨਾ ਹੈ। ਦੇਖੋ ਗੁਰੂ ਕਲਗੀਧਰ ਪਾਤਸ਼ਾਹ, ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਸਮੇਂ ਤੋਂ, ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਤੇ ਸਤਿਗੁਰੂ ਆਪ ਅੰਮ੍ਰਿਤ ਵੇਲੇ ਦੀ ਉੱਠਦੇ ਸਨ। ਚਰਨ ਪੋਲ ਸਿੱਖਾਂ ਨੂੰ ਦਿੱਤੀ ਜਾਂਦੀ ਸੀ ਤੇ ਇਸ ਤਰ੍ਹਾਂ ਚਰਨ ਪੋਲ ਰਹਿਰਾਸ ਕਰ ਚਰਨਾਂ ਅੰਮ੍ਰਿਤ ਸਿੱਖਾਂ ਪਿਲਾਏ, ਭਾਈ ਗੁਰਦਾਸ ਜੀ ਕਹਿੰਦੇ ਨੇ। ਤੇ ਇਸ ਤਰ੍ਹਾਂ ਗੁਰੂ ਸਵਾਰੇ ਚਰਨ ਪੋਲ ਦਿੱਤੀ ਜਾਂਦੀ ਸੀ। ਫਿਰ ਜਦੋਂ ਸਮਾਂ ਆਇਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦਸ਼ਮੇਸ਼ ਪਿਤਾ ਮਹਾਰਾਜ ਨੇ ਤੇ ਗੁਰੂ ਸਵਾਰਿਓ ਉਦੋਂ ਸਤਿਗੁਰੂ ਨੇ ਖਾਲਸੇ ਪੰਥ ਦੀ ਸਿਰਜਣਾ ਕਰਨੀ ਸੀ 30 ਮਾਰਚ 1699 ਨੂੰ। ਤੇ ਸਤਿਗੁਰੂ ਮਹਾਰਾਜ ਨੇ ਉਦੋਂ ਫਿਰ ਬਚਨ ਕੀਤੇ, ਪੰਜਾਂ ਸਿੱਖਾਂ ਦਾ ਸਿਰ ਲੈ ਕੇ ਉਹਨਾਂ ਨੂੰ ਸਰਜੀਵ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, 5 ਬਾਣੀਆਂ ਪੜ੍ਹ ਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ। ਫਿਰ ਆਪ ਸਾਰੇ ਜਾਣਦੇ ਹੋ ਗੱਲ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕੀਤਾ। ਸੋ ਸਤਿਗੁਰੂ ਮਹਾਰਾਜ ਦਾ ਜੀਵਨ ਐਸਾ ਸੀ ਕਿ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਉਹ ਆਪ ਵੀ ਕਮਾਇਆ। ਜੇ ਗੱਲ ਹੈ ਤਲਵਾਰ ਚੁੱਕਣ ਦੀ, ਕਹਿੰਦੇ ਨੇ ਇੱਕ ਪੰਡਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਆ ਗਿਆ, ਸਤਿਗੁਰੂ ਨੂੰ ਆ ਕੇ ਸਜਦਾ ਕੀਤਾ, ਨਮਸਕਾਰ ਕੀਤੀ ਤੇ ਕਹਿਣ ਲੱਗਿਆ ਕਿ ਪਾਤਸ਼ਾਹ ਜੀ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਕ ਵੱਡੇ ਸਤਿਗੁਰੂ ਜੀ ਹੋਏ ਨੇ। ਉਹਨਾਂ ਨੇ ਬਾਣੀ ਉਚਾਰਨ ਕੀਤੀ ਹੈ, ਉਹਨਾਂ ਨੇ ਸਿਮਰਨ ਕੀਤਾ ਤੇ ਦੁਨੀਆ ਦੇ ਲੋਕਾਂ ਨੂੰ ਇਸੇ ਹੀ ਸਿਮਰਨ ਨਾਲ ਜੋੜਿਆ, ਸ਼ਬਦ ਨਾਲ ਜੋੜਨਾ ਕੀਤਾ, ਸ਼ਬਦ ਦਾ ਪ੍ਰਚਾਰ ਕੀਤਾ ਹੈ। ਪਰ ਸਤਿਗੁਰੂ ਜੀ ਆਪ ਜੀ ਨੇ ਇਹ ਤਲਵਾਰ ਕਿਉਂ ਚੁੱਕੀ ਹੈ? ਕੱਲ੍ਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸਵਾਲ ਕੀਤਾ ਕਿ ਜਦੋਂ ਸਾਰੇ ਸਿੱਖ ਜਿੰਨੇ ਵੀ ਵੱਡੇ ਗੁਰੂ ਸਾਹਿਬਾਨ ਹੋਏ ਨੇ, ਉਹ ਸੇਵਾ ਸਿਮਰਨ ਵਿੱਚ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ, ਤੇ ਤੁਹਾਨੂੰ ਤਲਵਾਰ ਚੁੱਕਣ ਦੀ ਕੀ ਲੋੜ ਪੈ ਗਈ? ਤੁਸੀਂ ਕਿਉਂ ਚੁੱਕੀ ਹੈ? ਜਦੋਂ ਕਲਗੀਧਰ ਪਾਤਸ਼ਾਹ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹ ਸਵਾਲ ਕਰ ਰਿਹਾ ਸੀ ਤੇ ਸਤਿਗੁਰਾਂ ਦੇ ਪਿਛਲੇ ਪਾਸੇ ਭਾਈ ਸੁਥਰੇ ਸ਼ਾਹ ਜੀ ਬੈਠੇ ਹੋਏ ਸਨ। ਭਾਈ ਸੁਥਰਾ ਜਿਹੜਾ ਬੜਾ ਹਾਸ ਮਜ਼ਾਕ ਵਾਲਾ ਸੀ, ਬਿਰਤੀ ਕਰਕੇ ਬੜਾ ਚੜ੍ਹਦੀ ਕਲਾ ਦੇ ਵਿੱਚ ਸੀ। ਤੇ ਜਦੋਂ ਇਹਨੇ ਸਵਾਲ ਕੀਤਾ ਤੇ ਭਾਈ ਸੁਥਰੇ ਨੇ ਜ਼ਬਾਨ ਕੱਢੀ, ਬਾਹਰ ਆਪਣੀ ਜ਼ਬਾਨ ਕੱਢ ਕੇ ਇਹਨੂੰ ਖਿਝਾਰਿਆ ਤੇ ਸਤਿਗੁਰੂ ਮਹਾਰਾਜ ਵੱਲ ਸੁਥਰਾ ਜਿਹੜਾ ਉਹ ਪੰਡਤ ਹੈ ਨਾਲ ਸਵਾਲ ਕਰਦਾ ਤੇ ਨਾਲੇ ਭਾਈ ਸੁਥਰੇ ਵੱਲ ਦੇਖਦਾ। ਕਹਿੰਦੇ ਫਿਰ ਸਤਿਗੁਰੂ ਜੀ ਚੁੱਪ। ਦੂਜੀ ਵਾਰੀ ਫੇਰ ਸਵਾਲ ਕੀਤਾ। ਸਤਿਗੁਰੂ ਜੀ ਆਪ ਜੀ ਨੂੰ ਇਹ ਸ਼੍ਰੀ ਸਾਹਿਬ ਚੁੱਕਣ ਦੀ ਲੋੜ ਕਿਉਂ ਪਈ? ਕਹਿੰਦੇ ਨੇ ਭਾਈ ਸੁਥਰੇ ਜੀ ਨੇ ਪਹਿਲਾਂ ਨਾਲੋਂ ਵੱਡੀ ਜ਼ਬਾਨ ਕੱਢ ਕੇ, ਜੀਭ ਕੱਢ ਕੇ ਆਪਣਾ ਮੁੱਖ ਟੇਢਾ ਕਰਕੇ ਇਹਨੂੰ ਫਿਰ ਖਿਜਾਣ ਲੱਗ ਪਿਆ ਤੇ ਪੰਡਤ ਬੜਾ ਅੱਗ ਬਬੂਲਾ ਹੋਇਆ, ਗੁੱਸੇ ਵਿੱਚ ਆ ਗਿਆ, ਸਵਾਲ ਭੁੱਲ ਗਿਆ ਆਪਣਾ। ਤੇ ਤੀਜੀ ਵਾਰੀ ਫੇਰ ਗੁੱਸੇ ਵਿੱਚ ਆ ਕੇ, ਪਹਿਲਾਂ ਬੇਨਤੀਆਂ ਨਿਮਰਤਾ ਵਿੱਚ ਕਰਦਾ ਸੀ,
हुण तीजी वारी बेनती कीती है बड़े गुस्से विच आके कि पातशाह जी मेरे सवाल का उत्तर दवो कि तुसीं ये तलवार क्यों चुकी, श्री साहब चक्कण की तुहानूं लोड़ क्यों पई है, तुसीं शब्द का प्रचार करदे। कहंदे भाई सुथरे ने होर ज़्यादा अपनी जुबान कढ़ी, इनू खिजाण लग पे, चढ़ा रहे हैं। जो तीजी वारी इस तरह किया ना तो उस समय पंडित बड़ा अग बबूला होया, कहन लग्या आ देख मेरे हाथ च सोटी पकड़ी हुई है, जे तू हुण जवान कढ़ी ना मैनू इस तरह खिजाण की कोशिश की, मैं तेन सोटियां मार मार के मार देंगा, सोटियां डंडे नाल तेन मैं मार देंगा। कल धन गुरु हरगोबिंद साहब महाराज सन्मुख ही कह रहा है। तो गुरु साहबान जी कहते भाई हुण सवाल कर। कहन लग्या पातशाह तुसीं ये दसो तलवार क्यों चुकी है। सतगुरु कहन लगे यही कारण है, तैनू भाई सुथरा खजा रहा, तैनू चढ़ा रहा है, तै डांग चुकना की कि जे हुण बोलिया कि हुण तैनू मैं मार देंगा। कहन लगे मेरे पिता गुरु अर्जन देव महाराज नूं जालवन तत्ती तवी उत्ते बिठाया सी, जिस करके मैनू तलवार चुकनी पई, तां तलवार चुकनी पई है जे मेरे पिता जी नूं शहीद किया गया। ये तो तू थोड़ी जी गल पिछे तैन थोड़ा चढ़ाण की कोशिश की, तू सोटी चुक ली साडे सिख उत्ते, ते साडे उत्ते की बीती होवेगी जिहदा पिता जिउंदियां नूं अग च साड़िया होवे, जिउंदियां नूं उबलदे देगे विच उबालिया होवे, तत्ती तवी उत्ते बिठाया होवे, रेत पाया होवे, उस पुत्र दे उत्ते की बीतदी होवेगी। संसारक सोच नाल देखीए। ते पंडित जी फिर सतगुर दे चरनां डिग पे, कहण लगे पातशाह खिमा करो, जुल्म दा खात्मा करन दे लई तलवार की लोड़ पैंदी है, जुल्म नूं ठल पाना है, हथियार वरतना पवेगा। इस करके सतगुरु महाराज ने समझाया। तो गुरु सवारियो इस तरह बहुत सारे सतगुर के चरणों च आउंदे ने, जिन्हां दे सवालों का पातशाह उत्तर दिंदे ने। धर्म युद्ध लई कुर्बान हो जाना, शहादत का जाम पी लेना, ये भी बड़ी सेवा है। ये तो बड़ी सेवा कोई नहीं है। गुरु दे लई अपनी जाना कुर्बान कर देनी है, तो गुरु सवारे ये सब तो बड़ी सेवा मनी गई है। तो सतगुरु महाराज इत्थे बचन करते ने कि जिहड़ा गुरु की सेवा करदा, गुरु की शरण विच आउंदा है, गुरु की शरण विच आउण दे नाल ते सब कुछ पाए, वो सब कुछ प्राप्त कर लेंदे हन। किसी प्रकार की उन्होंने कमी नहीं रहिंदी है, सब कुछ मिल जाता है। जो आपां मंगांगे, मन च मनोरथ रखांगे, वो गुरु साहबान ने साडा मनोरथ पूरा कर देना है। सब तो वड्डी गल है, होमै मेरा आप गवाए। जिहड़ी जीव दे अंदर होमै मैं मेर तेर है, आपा भाव है, कहते इनू सतगुरु जी फिर आप किरपा करके गवा दिंदे ने, मुका दिंदे जिहड़े उस मालक का सिमरन करते, सेवा करते हैं, गुरु की शरण विच आ जाते हैं। तो होमै दूर करनी बड़ी औखी है। बड़े बड़िया ने गुरु सवार जिन्होंने गुरु के दर ते रह के सेवावां कीतियां ना, उन्हां दे अंदर भी थोड़ा बहुता हंकार आया है, तो गुरु साहबान ने पर उन्होंने हंकार दूर किया है। सेवा सिमरन करके ही ये जिहड़ा हंकार साडे अंदरों दूर हो सकता है। पर कई बारी ऐसा होंदा है कि मनुख जदों गुरु घर की सेवावां करदा ते उदों मनुख की सेवा देख के दुनिया के लोग मान सन्मान देण लग पैंदे ने। मान सन्मान दे के फलाना जिहड़ा मनुख है गुरु घर आउंदा, ये झाड़ू पोचा लाउंदा जी, ये आ करदा, संगत विच इन्ना समा बैठदा, ते लोकां विच उहदा सत्कार बन जांदा।
जो लोग सत्कार करते वडियाई दिंदे ने ते कुदरती तौर ते फिर माण मन विच आउंदा है कि मेरा सन्मान हो रहा। पर जिन्हों इस गल की सोझी आ जाती है, ज्ञान हो जाता कि नहीं सन्मान मेरा नहीं हो रहा, सत्कार मेरा नहीं हो रहा, ये सत्कार हो रहा गुरु का। जिस गुरु के दर ते मैं सेवा करता हाँ, उस गुरु ही मैनू मान सन्मान दिवाण वाला है। इस करके फिर सतगुर के चरणों च अरजोइयां करदा, बेनतियां करदा कि पातशाह दुनिया के लोग मैनू मान सन्मान दे रहे ने, पर मालक जी कृपा करनी मेरे मन च मान नहीं आन देना, होमै नहीं आन देना। जी होमै आ गई फिर मालक जी मैं डुब जावांगा, तेरे नाल मेरी बिथ वध जाएगी। इस करके बिथ खत्म करनी है। जदों भगत रविदास जी ने परमेश्वर की इबादत की, बंदगी की, बंदगी करके परमात्मा राजे ने सत्कार हित कहते भगत जी नूं हाथी उत्ते बिठाया, हाथी उत्ते बिठाया, चौर होण लग पिया, सनवा छतर झूलन लग पिया। ते भगत रविदास साहबान जी देखते ने कि मेरे सिर उत्ते छतर झूल रहा, मैनू हाथी उत्ते बिठा दिता, राजे दे सैतू दियां राणियां, उहदे नौकर चाकर सिपाही सारे मैनू सजदा कर रहे ने। ते उस समय भगत रविदास साहबान जी ने गुरु सवारियो देखिया ते मान महसूस किया। फिर मन च विचार आए कि मना नहीं, ये वडियाई मेरी नहीं, ये वडियाई है नाम दी, ये वडियाई है उस परमेश्वर की इबादत करन दी। ते मेरा फर्ज है, मैनू मान सन्मान मिल रहा ना दुनिया दे विच, राजे तक, राजे महाराजे पंडित इत्यादक सारे मैनू मान दे रहे ने, ते मेरा फर्ज बनता कि मैं मालक का धन्नवाद करा, शुक्र करा। कहते उदों फिर भगत जी ने शब्द उच्चारण किया, कहन लगे ऐसी लाल तुझ बिन कौन करै, गरीब निवाज गुसाइयां मेरा, माथै छतर तरै। परमात्मा का धन्नवाद किया कि परमात्मा तू ही मैनू गरीबां नूं निवाजन वाला है, ये मेरे मत्थे उत्ते छतर तू धरन वाला है, तू पा मैनू मान सन्मान दरवाण वाला है। जो वडियाई मिल रही है ये तेरी कृपा दे नाल मिल रही है। सिक्ख्या की मिलती है कि संसार च विचरदियां होइयां चंगा काम करिए, लोग सलाहुंदे ने, दुनिया दे लोग वडियाई दिंदे ने, ते उदों आपां फिर उस वडियाई नूं सतगुर उत्ते छड्ड दे कि नहीं ये मेरी वडियाई नहीं। कहो नानक सब तेरी वडियाई, कोई नाउ ना जाने मेरा, ये मेरी वडियाई नहीं, ये मेरे सतगुर की वडियाई है, मेरे गुरु की वडियाई है। इस गुरु की मैं सेवा करदा, जिस गुरु के हुक्म की पालना करदा हाँ, वो गुरु ही मैनू मान सन्मान दिवा रहा है, तो गुरु की वडियाई है। तो उन्होंने फिर गुरु कदे भुलदा नहीं। जिहड़े इस तरह फिर अपने मुखों आखदे ने, इस तरह अपने जीवन नूं बतीत करते हैं, उन्हां दे अंदर फिर होमै नहीं आ सकती है, वो होमै तो दूर हो जाते ने। ते सतगुरु महाराज वचन करते हैं, कहते भाई होमै मेरा आप गवा। जिहड़े गुरु की सेवा करते, गुरु की संगत करते हैं, संगत करन दे नाल सेवा सिमरन करन नूं सब कुछ प्राप्त हो जाता है। तो उन्हां दे अंदरों सतगुरु जी होमै नूं, मैं मेरी नूं, आप आपा भाव ये सारा गवाए खत्म कर दिंदे हन। आपे कृपा करे सुख दाता, गुर कै सब दे सोहा है। सुखां दा दाता, जिहड़ा सारियां उत्ते किरपा करन वाला,
ਕਹਿੰਦੇ ਜਦੋਂ ਉਹ ਮਾਲਕ ਵਾਹਿਗੁਰੂ ਆਪ ਕਿਰਪਾ ਕਰਦਾ, ਰਹਿਮਤ ਕਰਦਾ, ਜਿਹੜੇ ਉਹਨੂੰ ਭਾਉਂਦੇ ਨੇ ਕਿ ਇਸ ਜੀਵ ਪਾਸੋਂ ਮੈਂ ਨਾਮ ਜਪਾਣਾ, ਇਹਦਾ ਜਿਹੜਾ ਹੈ ਜੀਵਨ ਸਫਲਾ ਕਰਨਾ ਹੈ, ਉਹਦੇ ਉੱਤੇ ਸੁੱਖਾਂ ਦਾ ਦਾਤਾ ਪਰਮੇਸ਼ਰ ਆਪ ਕਿਰਪਾ ਕਰਦਾ, ਉਹਨੂੰ ਗੁਰੂ ਦੇ ਸ਼ਬਦ ਨਾਲ ਜੋੜ ਦਿੰਦਾ। ਸ਼ਬਦ ਨਾਲ ਜੋੜਦਾ, ਉਹ ਸ਼ਬਦ ਦਾ ਅਭਿਆਸ ਕਰਦਾ। ਜਿਉਂ-ਜਿਉਂ ਉਹ ਸ਼ਬਦ ਵਿੱਚ ਆਪਣੀ ਸੁਰਤੀ ਨੂੰ ਖਬੋ ਲੈਂਦਾ, ਦਿਨ ਰਾਤ ਉਸ ਮਾਲਕ ਦੀ ਇਬਾਦਤ ਕਰਦਾ, ਜਸ ਕਰਦਾ ਹੈ, ਤਿਉਂ-ਤਿਉਂ ਗੁਰੂ ਸਵਾਰੇ ਉਸ ਜੀਵ ਦੀ ਜਿਹੜੀ ਅਵਸਥਾ ਹੈ ਫਿਰ ਚੜ੍ਹਦੀ ਕਲਾ ਵਾਲੀ ਹੋ ਜਾਂਦੀ ਹੈ। ਫਿਰ ਉਹ ਜਿਹੜਾ ਕਿਸੇ ਉੱਤੇ ਵਿਸ਼ਵਾਸ ਨਹੀਂ, ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਉੱਤੇ ਵਿਸ਼ਵਾਸ ਨਹੀਂ ਕਰਦਾ ਕਿ ਮੇਰਾ ਗੁਰੂ ਹੀ ਸਭ ਕੁਝ ਹੈ। ਗੁਰੂ ਨੂੰ ਹਰ ਸਮੇਂ ਅੰਗ ਸੰਗ ਜਾਣਦਾ ਕਿ ਗੁਰੂ ਨੇ ਮੇਰੀ ਬਾਂਹ, ਹੁਣ ਵੀ ਗੁਰੂ ਨੇ ਬਾਂਹ ਪਕੜੀ ਹੈ, ਅੱਗੇ ਵੀ ਮੇਰਾ ਗੁਰੂ ਬਾਂਹ ਪਕੜੇਗਾ, ਅਤੇ ਭਰੋਸਾ ਰੱਖਦਾ ਹੈ। ਸ਼ਬਦ ਦਾ ਅਭਿਆਸ ਕਰਦਾ ਹੈ ਅਤੇ ਸ਼ਬਦ ਦੇ ਰਾਹੀਂ ਹੀ ਉਹ ਸੋਹਾ ਹੈ, ਸੋਭਨੀਕ ਹੁੰਦੇ ਹਨ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅਨ ਦਿਨ ਹਰਿ ਕਾ ਨਾਮ ਬਖਾਣੀ। ਗੁਰੂ ਦਾ ਸ਼ਬਦ ਕੀ ਹੈ? ਕਹਿੰਦੇ ਅੰਮ੍ਰਿਤ। ਸਤਿਗੁਰ ਦੀ ਬਾਣੀ ਕੀ ਹੈ? ਅੰਮ੍ਰਿਤ, ਮ੍ਰਿਤੂ ਤੋਂ ਰਹਿਤ ਬਾਣ ਕਰਨ ਵਾਲੀ ਬਾਣੀ। ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਦੀ ਬਾਣੀ ਅੰਮ੍ਰਿਤ ਹੈ, ਅਤੇ ਜਿਹਨੇ ਗੁਰੂ ਸਰ ਬਾਣੀ ਪੜ੍ਹ ਲਈ, ਬਾਣੀ ਵਿਚਾਰ ਲਈ, ਬਾਣੀ ਸੁਣ ਲਈ, ਇੱਕ ਤਰ੍ਹਾਂ ਫਿਰ ਉਹ ਅੰਮ੍ਰਿਤ ਨੂੰ ਪੀ ਰਿਹਾ ਹੈ। ਅਤੇ ਇਹ ਅੰਮ੍ਰਿਤ ਹੈ। ਦੇਖੋ ਆਪਾਂ ਵਿਚਾਰ ਕੇ ਦੇਖੀਏ, ਸਤਿਗੁਰ ਦੀ ਬਾਣੀ ਵਿੱਚ ਜਦੋਂ ਇੱਕ ਜਗਿਆਸੂ ਜਨ ਪ੍ਰੇਮ ਦੇ ਸਹਿਤ ਸਤਿਗੁਰ ਦੀ ਬਾਣੀ ਪੜ੍ਹਦਾ, ਪਹਿਲੇ ਦਿਨ ਬਾਅਦ ਜਪਜੀ ਸਾਹਿਬ ਦਾ ਪਾਠ ਕੀਤਾ, ਰਸ ਨਹੀਂ ਆਇਆ। ਮਨ ਕੀਤਾ ਕਿ ਬਾਣੀ ਪੜ੍ਹਨੀ ਹੈ, ਪਰ ਰਸ ਨਹੀਂ ਪ੍ਰਾਪਤ ਹੋਇਆ। ਦੂਜੇ ਦਿਨ ਸ਼ੁਰੂਆਤ ਕੀਤੀ ਅਤੇ ਅੱਜ ਗੁਰੂ ਸਰ ਰਸ ਕੁਝ ਹੋ ਥੋੜ੍ਹਾ ਜਿਹਾ ਰਸ ਆਉਣ ਲੱਗ ਪਿਆ। ਤੀਜੇ ਦਿਨ ਫਿਰ ਸ਼ੁਰੂਆਤ ਕੀਤੀ, ਫਿਰ ਰਸ ਥੋੜ੍ਹਾ ਜਿਹਾ ਹੋਰ ਵੱਧ ਗਿਆ। ਭਾਵ ਕਹਿਣ ਦਾ ਕਿ ਜਿਉਂ-ਜਿਉਂ ਬਾਣੀ ਪੜ੍ਹਦੇ ਜਾਵਾਂਗੇ, ਤਿਉਂ ਤੇ ਸਾਨੂੰ ਜਿਹੜਾ ਉਹ ਰਸ ਹੈ ਉਹ ਪ੍ਰਾਪਤ ਹੁੰਦਾ ਜਾਵੇਗਾ। ਹੁਣ ਇਹਦੀ ਉਲਟ ਆਪਾਂ ਦੇਖੀਏ, ਜਿਹੜੇ ਦੁਨਿਆਵੀ ਗੰਦੇ ਮੰਦੇ ਗੀਤ ਨੇ, ਜਿਹਦੇ ਬਾਬਤ ਪਾਤਸ਼ਾਹ ਕਹਿੰਦੇ ਨੇ ਮੇਰੇ ਮੋਹਣ ਸ਼ਰਬਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਤੁਨ ਬੋਲਤ ਬੋਲਤ ਬੋਲ ਅਜਾਏ। ਵੈਸੇ ਤਾਂ ਗੁਰਸਿੱਖ ਨੂੰ ਇਹ ਜਿਹੜੇ ਗੰਦੇ ਮੰਦੇ ਗੀਤ ਸੁਣਨੇ ਨਹੀਂ ਚਾਹੀਦੇ ਹਨ। ਇੱਕ ਗੀਤ ਨੂੰ ਆਪਾਂ ਇੱਕ ਵਾਰੀ, ਦੋ ਵਾਰੀ, 10 ਵਾਰੀ ਸੁਣ ਲਈਏ ਫਿਰ ਮਨ ਅੱਕ ਜਾਂਦਾ। ਨਹੀਂ, ਸੁਣ ਕੇ ਮਨ ਅੱਕ ਗਿਆ, ਪਰ ਸਤਿਗੁਰ ਦੀ ਬਾਣੀ ਜੋ ਸੁਣ ਲੱਗੀ ਹੈ ਨਾ, ਮਨ ਨਹੀਂ ਅੱਕਦਾ। ਵਾਰ ਵਾਰ ਫਿਰ ਗੁਰੂ ਸਾਹਿਬ ਮਨ ਕਰਦਾ ਕਿ ਬਾਣੀ ਪੜ੍ਹੀ ਜਾਈਏ, ਬਾਣੀ ਸੁਣੀ ਜਾਈਏ। ਜਪਜੀ ਸਾਹਿਬ ਦਾ ਸਾਡਾ ਨਿੱਤ ਦਾ ਨਿਯਮ ਹੈ, ਅਤੇ ਗੁਰੂ ਨਾਨਕ ਲੇਵਾ ਸਿੱਖਾਂ ਦੇ ਘਰ ਦੀ ਜਿਹੜੀ ਸ਼ੁਰੂਆਤ ਹੈ ਉਹ ਜਪਜੀ ਸਾਹਿਬ ਦੀ ਪਾਵਨ ਬਾਣੀ ਪੜ੍ਹ ਕੇ ਹੁੰਦੀ ਹੈ। ਅਤੇ ਮਾਫ਼ ਕਰਨਾ, ਬੇਸ਼ੱਕ ਆਪਾਂ ਗੁਰੂ ਨਾਨਕ ਦੇ ਸਿੱਖ ਕਹਾਉਂਦੇ ਆਪਣੇ ਆਪ ਨੂੰ, ਪਰ ਜਿਸ ਘਰ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਜਾਂਦਾ, ਉਹ ਗੁਰੂ ਨਾਨਕ ਦੇ ਸਿੱਖ ਨਹੀਂ ਹੋ ਸਕਦੇ ਹਨ। ਘੱਟੋ ਘੱਟ ਹੈ। ਵੈਸੇ ਤਾਂ ਸਿੱਖ ਨੂੰ 50 ਬਾਣੀ ਨਿਤਨੇਮ ਕਰਨਾ ਚਾਹੀਦਾ, ਪਰ ਕਈ ਦੇਖਣਾ ਕੀਤੇ ਨੇ ਜਿਨ੍ਹਾਂ ਦੇ ਦਾੜੇ ਵੀ ਪ੍ਰਕਾਸ਼ ਨੇ, ਆਪਣੇ ਨੂੰ ਸਿੱਖ ਕਹਾਉਂਦੇ ਹਨ, ਖੰਡੇ ਬਾਟੇ ਦਾ ਅੰਮ੍ਰਿਤ ਹੀ ਛਕਿਆ ਹੋਇਆ ਏ, ਪਰ ਜਪਜੀ ਸਾਹਿਬ ਦਾ ਪਾਠ ਵੀ ਘਰ ਵਿੱਚ ਨਹੀਂ ਹੁੰਦਾ। ਕੀ ਉਹ ਗੁਰੂ ਨਾਨਕ ਦੇ ਸਿੱਖ ਹੋ ਸਕਦੇ ਨੇ? ਗੁਰੂ ਨਾਨਕ ਦਾ ਸਿੱਖ ਉਹ ਜਿਹੜਾ ਸਤਿਗੁਰ ਦੀ ਬਾਣੀ ਨੂੰ ਪੜ੍ਹਦਾ ਅਤੇ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਕਹਿੰਦੇ ਇਹ ਸਤਿਗੁਰ ਦੀ ਬਾਣੀ ਵਿੱਚ ਅੰਮ੍ਰਿਤ ਹੈ। ਕਹਿੰਦੇ ਭਾਈ ਇਹ ਗੁਰ ਕਾ ਸ਼ਬਦ, ਗੁਰੂ ਸ਼ਬਦ ਕੀ ਹੈ? ਅੰਮ੍ਰਿਤ ਹੈ ਬਾਣੀ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਅੰਮ੍ਰਿਤ ਹੈ ਸਤਿਗੁਰ ਦੀ ਬਾਣੀ ਹੈ। ਅਨ ਦਿਨ ਹਰਿ ਕਾ ਨਾਮ ਬਖਾਣੀ,
ਕਹਿੰਦੇ ਭਾਈ ਇਹ ਬਾਣੀ ਦੇ ਰਾਹੀਂ ਹੀ ਅੰਦਿਨ ਦਿਨ ਰਾਤ ਹਰੀ ਦਾ ਨਾਮ ਬਖਿਆਣ ਇਹ ਬਾਣੀ ਕਰਦੀ ਹੈ। ਜਦੋਂ ਬਾਣੀ ਨੂੰ ਪੜ੍ਹਦੇ ਹਾਂ, ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗ, ਤੇ ਕੱਲੀ ਕੱਲੀ ਪੰਕਤੀ ਦੇ ਵਿੱਚ ਕੱਲੇ ਕੱਲੇ ਸ਼ਬਦ ਦੇ ਵਿੱਚ ਨਾਮ ਦੀ ਹੀ ਗੱਲ ਕੀਤੀ ਗਈ ਹੈ। ਨਾਮ ਤੋਂ ਬਿਨਾਂ ਕੁਝ ਵੀ ਨਹੀਂ ਹੈ। ਨਾਮ ਹੀ ਗੁਰੂ ਸਵਾਰਿਓ, ਜੇ ਨਾਮ ਜਪਾਂਗੇ ਸਾਡੇ ਜੀਵਨ ਦਾ ਫਿਰ ਸਾਡਾ ਆਧਾਰ ਬਣ ਜਾਵੇਗਾ। ਜਿਵੇਂ ਆਪਾਂ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਹੋਰ ਕੀ ਹੁੰਦਾ? ਕਹਿੰਦੇ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਉਹ ਸ਼ਾਂਤੀ ਦਾ ਸੋਮਾ, ਸੁੱਖ ਦੇਣ ਵਾਲਾ। ਨਾਮ ਜਪਣ ਦੇ ਨਾਲ ਇਹ ਸਭ ਕੁਝ ਮਿਲਦਾ ਹੈ, ਜਿਹੜਾ ਮਾਲਕ ਸਾਡੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਅਤੇ ਇਸ ਕਰਕੇ ਨਾਮ ਨੂੰ ਆਪਣਾ ਜੀਵਨ ਦਾ ਆਧਾਰ ਆਸਰਾ ਬਣਾਈਏ। ਅਤੇ ਪਾਤਸ਼ਾਹ ਕਹਿੰਦੇ ਉਹ ਫਿਰ ਬਾਣੀ ਹੀ ਬਾਣੀ ਦੇ ਰਾਹੀਂ ਹੀ ਅੰਦਿਨ ਹਰ ਕਾ ਨਾਮ ਬਖਾਣੀ। ਗੁਰਸਿੱਖ ਜਿਹੜੇ ਜਗਿਆਸੂ ਨੇ ਨਾ, ਉਹ ਹਰੀ ਦਾ ਨਾਮ ਨੂੰ ਬਖਿਆਣ ਕਰਦੇ ਹਨ। ਹਰ ਹਰ ਸੱਚਾ ਵਸੈ ਘਟ ਅੰਤਰ, ਸੋ ਘਟ ਨਿਰਮਲ ਤਾਹਾ ਹੈ। ਹੁਣ ਗੁਰੂ ਸਾਹਿਬਾਨ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ ਕਿ ਹਰ ਹਰ ਸੱਚਾ ਵਸੈ ਘਟ ਅੰਤਰ। ਘਟ ਅੰਤਰ ਹਿਰਦੇ ਦੇ ਵਿੱਚ, ਜਿਹੜਾ ਹਰੀ ਹਰੇ ਭਰੇ ਕਰਨ ਵਾਲਾ, ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਹੈ, ਉਹ ਸੱਚਾ ਪਰਮੇਸ਼ਰ ਘਟ ਹਿਰਦੇ ਵਿੱਚ ਆ ਕੇ ਵਸਦਾ ਹੈ। ਜਿਹਦੇ ਹਿਰਦੇ ਵਿੱਚ ਪਰਮਾਤਮਾ ਆ ਕੇ ਵਸ ਜਾਂਦਾ, ਕਹਿੰਦੇ ਸੋ ਘਟ ਨਿਰਮਲਤਾ, ਉਹ ਜਿਹੜਾ ਘਟ ਹਿਰਦਾ ਨਿਰਮਲ ਹੈ, ਸ਼ੁੱਧ ਹੈ। ਹੁਣ ਹੈ ਤਾਂ ਸਾਡੇ ਅੰਦਰ ਹੀ ਹੈ। ਇੱਕ ਮਨਮੁਖ ਦੇ ਅੰਦਰ ਵੀ ਪਰਮਾਤਮਾ ਅਤੇ ਗੁਰਮੁਖ ਦੇ ਅੰਦਰ ਵੀ ਪਰਮਾਤਮਾ ਹੈ। ਦਿਖਾਈ ਉਹਨਾਂ ਨੂੰ ਦਿੰਦਾ ਜਿਨ੍ਹਾਂ ਦਾ ਹਿਰਦਾ ਬਿਲਕੁਲ ਨਿਰਮਲ ਹੋ ਜਾਂਦਾ, ਸ਼ੁੱਧ ਹੋ ਜਾਂਦਾ ਹੈ। ਅਤੇ ਜਿਨ੍ਹਾਂ ਨੂੰ ਦਿਖਾਈ ਨਹੀਂ ਦੇ ਰਿਹਾ, ਉਹ ਸਮਝੋ ਕਿ ਸਾਡਾ ਜਿਹੜਾ ਹਿਰਦਾ ਹੈ ਉਹਦੇ ਅੰਦਰ ਵਿਸ਼ੇ ਵਿਕਾਰਾਂ ਰੂਪੀ ਮੈਲ ਪਿਆ ਹੈ। ਵਿਸ਼ੇ ਵਿਕਾਰੂ ਮੈਲ ਹੋਣ ਕਰਕੇ ਉਹ ਪਰਮਾਤਮਾ ਸਾਨੂੰ ਦਿਖਾਈ ਨਹੀਂ ਦੇ ਰਿਹਾ ਹੈ। ਜਿਨ੍ਹਾਂ ਦਾ ਹਿਰਦਾ ਨਿਰਮਲ ਹੋ ਗਿਆ, ਫਿਰ ਗੁਰੂ ਸਵਾਰਿਓ ਉਹ ਮਾਲਕ ਪਰਮਾਤਮਾ ਪ੍ਰਭੂ ਨੂੰ ਆਪਣੇ ਹਿਰਦੇ ਅੰਦਰੋਂ ਦੇਖ ਲੈਂਦੇ ਹਨ। ਸੇਵਕ ਸੇਵਹਿ ਸ਼ਬਦ ਸਲਾਹੇ, ਸਦਾ ਰੰਗ ਰਾਤੇ ਹਰ ਗੁਣ ਗਾਵੇ। ਗੁਰੂ ਸਾਹਿਬਾਨ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਜਿਹੜੇ ਪ੍ਰਭੂ ਦੇ ਸੇਵਕ ਹਨ ਉਹ ਕੀ ਕਰਦੇ? ਸੇਵਕ ਸੇਵੈ, ਸੇਵਕ ਬਣ ਕੇ ਉਸ ਮਾਲਕ ਦੀ ਸੇਵਾ ਕਰਦੇ ਹਨ, ਉਹ ਮਾਲਕ ਨੂੰ ਚੇਤੇ ਕਰਦੇ ਹਨ। ਕਿਵੇਂ? ਸ਼ਬਦ ਸਲਾਹੇ, ਗੁਰੂ ਦੇ ਸ਼ਬਦ ਰਾਹੀਂ ਉਸ ਮਾਲਕ ਦੀ ਸਿਫਤ ਸਲਾਹ ਕਰਦੇ ਹਨ। ਸ਼ਬਦ ਨਾਲ ਜੁੜੇ ਹੋਏ ਹਨ, ਹੱਥਾਂ ਦੇ ਨਾਲ ਉਹ ਸੇਵਾ ਕਰਦੇ, ਮੁੱਖ ਦੇ ਰਾਹੀਂ ਸਤਿਗੁਰੂ ਦੀ ਬਾਣੀ ਪੜ੍ਹਦੇ, ਸ਼ਬਦ ਦੀ ਵਿਚਾਰ ਉਧਾਰਾ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ। ਜਿਹੜੇ ਇਸ ਤਰ੍ਹਾਂ ਜੀਵਨ ਬਤੀਤ ਕਰਦੇ ਹਨ, ਸਦਾ ਰੰਗ ਰਾਤੇ ਹਰ ਗੁਣ ਗਾਵੇ। ਉਹ ਸਦੀਵੀ ਕਾਲ ਦੇ ਲਈ ਹਰੀ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਰਾਤੇ ਤਦਾਕਾ ਰਹਿੰਦੇ ਹਨ, ਅਤੇ ਪ੍ਰੇਮ ਵਿੱਚ ਮਗਨ ਹੋ ਕੇ ਹਰ ਗੁਣ ਗਾਵੇ, ਹਰੀ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ। ਕਿਉਂਕਿ ਗੁਣ ਜਿਹੜੇ ਨੇ ਉਹ ਪ੍ਰੇਮ ਤੋਂ ਬਿਨਾਂ ਗਾਏ ਨਹੀਂ ਜਾ ਸਕਦੇ ਹਨ। ਪ੍ਰੇਮ ਹੈ ਹਿਰਦੇ ਅੰਦਰ, ਅਤੇ ਗੁਰੂ ਸਵਾਰਿਓ ਫਿਰ ਪ੍ਰੇਮ ਦੇ ਨਾਲ ਹੀ ਗਾਏ ਹੋਏ ਗੁਣ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਥਾਚੀ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਬਰ ਸੰਗ ਤੋਰੀ। ਕਿ ਪਰਮਾਤਮਾ ਤੇਰੇ ਨਾਲ ਜੋੜ ਕੇ ਅਸੀਂ ਹੋਰਨਾਂ ਨਾਲ ਤੋੜ ਲਈ ਹੈ। ਅਤੇ ਜਿਨ੍ਹਾਂ ਦੇ ਅੰਦਰ ਗੁਰੂ ਸਵਾਰੇ ਇਸ ਤਰ੍ਹਾਂ ਪ੍ਰੀਤੀ ਪੈਦਾ, ਪ੍ਰੇਮ ਦੇ ਰਾਹੀਂ ਹੀ ਉਸ ਮਾਲਕ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਜੇ ਹਿਰਦੇ ਅੰਦਰ ਪ੍ਰੇਮ ਨਹੀਂ ਹੈ
ਤੇ ਪ੍ਰੇਮ ਤੋਂ ਬਿਨਾਂ ਕੀਤੇ ਹੋਏ ਧਰਮ ਦੇ ਨਿਮਿਤ ਜਿੰਨੇ ਵੀ ਸਾਡੇ ਕਰਮ ਨੇ ਉਹ ਸਾਰੇ ਵਿਅਰਥ ਹਨ। ਗੁਰੂ ਸਾਹਿਬਾਨ ਦੇ ਚਰਨਾਂ 'ਚ ਇਹ ਬੇਨਤੀ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ, ਜੋ ਆਪਾਂ ਧਰਮ ਦੇ ਨਿਮਿਤ ਕਰਮ ਕਰਦੇ ਹਾਂ, ਕਿਰਪਾ ਕਰੋ ਸੱਚੇ ਪਾਤਸ਼ਾਹ ਸਾਡੇ ਅੰਦਰ ਪ੍ਰੇਮ ਭਾਵਨਾ ਪੈਦਾ ਕਰੋ, ਤਾਂ ਕਿ ਪ੍ਰੇਮ ਭਾਵਨਾ ਦੇ ਸਹਿਤ ਅਸੀਂ ਆਪ ਦੇ ਦਰ 'ਤੇ ਨਤਮਸਤਕ ਹੋ ਸਕੀਏ, ਪ੍ਰੇਮ ਭਾਵਨਾ ਦੇ ਸਹਿਤ ਅਸੀਂ ਸੇਵਾ ਕਰ ਸਕੀਏ, ਅਤੇ ਸਤਿਗੁਰੂ ਪ੍ਰੇਮ ਭਾਵਨਾ ਦੇ ਸਹਿਤ ਅਸੀਂ ਜਿਹੜਾ ਹੈ ਆਪ ਜੀ ਦਾ ਸਿਮਰਨ ਕਰ ਸਕੀਏ। ਫਿਰ ਜਦੋਂ ਸਾਡੇ ਅੰਦਰ ਪ੍ਰੇਮ ਪੈਦਾ ਹੋਵੇਗਾ ਅਤੇ ਪ੍ਰੇਮ ਦੇ ਰਾਹੀਂ ਸਾਨੂੰ ਉਸ ਮਾਲਕ ਦੀ ਫਿਰ ਪ੍ਰਾਪਤੀ ਹੋਵੇਗੀ। ਇਸ ਕਰਕੇ ਗੁਰੂ ਸਾਹਿਬਾਨ ਜੀ ਇੱਥੇ ਬਚਨ ਕਰਦੇ ਹਨ, ਕਹਿੰਦੇ ਫਿਰ ਉਹ ਸਦੀਵੀ ਕਾਲ ਲਈ ਸਦਾ ਰੰਗ ਰਾਤੇ, ਪ੍ਰੇਮ ਵਿੱਚ ਰਾਤੇ ਤਦਾਕਾਰ ਹੋ ਜਾਂਦੇ ਹਨ। ਹਰ ਗੁਣ ਗਾਵੇ, ਹਰੀ ਦੇ ਗੁਣਾਂ ਦਾ ਗਾਇਨ ਕਰਦੇ ਹਨ। ਆਪੇ ਬਖਸ਼ੇ ਸ਼ਬਦ ਮਿਲਾਏ, ਪਰਮਲ ਵਾਸ ਮਨ ਤਾਹਾ ਹੈ। ਉਹਨਾਂ ਉੱਤੇ ਮਾਲਕ ਪ੍ਰਭੂ ਆਪ ਬਖਸ਼ਿਸ਼ ਕਰਦਾ ਅਤੇ ਉਹਨਾਂ ਨੂੰ ਸ਼ਬਦ ਨਾਲ, ਗੁਰੂ ਦੇ ਸ਼ਬਦ ਨਾਲ ਮਿਲਾ ਦਿੰਦਾ ਪਰਮਾਤਮਾ। ਸ਼ਬਦ ਨਾਲ ਮਿਲਾਉਣ ਵਾਲਾ ਵੀ ਪਰਮਾਤਮਾ ਹੀ ਅਸਲ ਵਿੱਚ। ਜਿਹੜੇ ਉਹਨੂੰ ਭਾਉਂਦੇ ਚੰਗੇ ਲੱਗਦੇ ਨੇ ਨਾ, ਉਹਨਾਂ ਨੂੰ ਫਿਰ ਗੁਰੂ ਸਾਹਿਬਾਨ ਨਾਲ ਮਿਲਾ, ਗੁਰੂ ਫਿਰ ਅੱਗੋਂ ਫਿਰ ਸ਼ਬਦ ਦਿੰਦਾ, ਸ਼ਬਦ ਦਾ ਅਭਿਆਸ ਕਰਦੇ, ਸ਼ਬਦ ਨਾਲ ਜੁੜ ਕੇ ਫਿਰ ਉਹ ਉਸ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦੇ ਹਨ। ਕਹਿੰਦੇ ਜਿਹੜੇ ਸ਼ਬਦ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਉੱਤੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ, ਅਤੇ ਸਤਿਗੁਰੂ ਕਹਿੰਦੇ ਪਰਮਲ ਵਾਸ ਮਨ ਤਾਹਾ ਹੈ। ਪਰਮਲ ਕਹਿੰਦੇ ਨੇ ਚੰਦਨ ਨੂੰ, ਕਿ ਜਿਵੇਂ ਚੰਦਨ ਜੰਗਲ ਵਿੱਚ ਛੋਟਾ ਜਿਹਾ ਇੱਕ ਦਰਖਤ, ਬਾਵਨ ਚੰਦਾ ਦਰਖਤ ਹੁੰਦਾ, ਜੋ ਸਾਰੇ ਜਿਹੜੀ ਬਨਸਪਤੀ ਨੂੰ ਖੁਸ਼ਬੂਦਾਰ ਕਰ ਦਿੰਦਾ ਹੈ। ਅਤੇ ਕਹਿੰਦੇ ਇਸੇ ਤਰ੍ਹਾਂ ਜਿਵੇਂ ਉਹ ਚੰਦਨ ਦੀ ਸਮੈਲ ਆਉਂਦੀ ਹੈ, ਇਸੇ ਤਰ੍ਹਾਂ ਨਾਮ ਜਪਣ ਵਾਲੇ, ਭਜਨ ਬੰਦਗੀ ਕਰਨ ਵਾਲੇ ਜਿਹੜੇ ਸ਼ਬਦ ਨਾਲ ਜੁੜੇ ਹੁੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਕਹਿੰਦੇ ਮਨ ਨੂੰ ਚੰਦਨ ਦਾ ਵਾਸਾ ਹੋ ਜਾਂਦਾ ਹੈ। ਚੰਗੀ ਮਹਿਕ ਆਉਂਦੀ, ਜਿਹੜੇ ਸਾਰੇ ਅੰਤःਕਰਨ ਨੂੰ ਖੜਾ ਦਿੰਦੀ ਹੈ, ਸਾਰੇ ਅੰਤःਕਰਨ ਦੇ ਵਿੱਚ, ਅਤੇ ਇਹ ਖੁਸ਼ਬੂ ਆਉਂਦੀ ਹੈ। ਅਤੇ ਇਸ ਤਰ੍ਹਾਂ ਗੁਰੂ ਸਵਾਰੇ ਉਹਨਾਂ ਦੇ ਅੰਦਰ ਭਾਵ ਜਿਹੜੇ ਸ਼ੁਭ ਗੁਣ ਨੇ ਉਹ ਚੰਦਨ ਦੇ ਨੀਂ ਪੈਦਾ ਹੋ ਜਾਂਦੇ ਨੇ। ਹਰ ਸਮੇਂ ਜਿਹੜਾ ਵੀ ਉਹਨਾਂ ਦੀ ਸੰਗਤ ਕਰਦਾ ਫਿਰ ਉਹ ਵੀ ਗੁਰੂ ਸਿਰ ਤਰ ਜਾਂਦਾ ਹੈ। ਇਸ ਤਰ੍ਹਾਂ ਉਹ ਨਾਮ ਜਪ ਕੇ ਇਹੋ ਜਿਹੀ ਅਵਸਥਾ ਉਹਨਾਂ ਗੁਰਮੁਖਾਂ ਦੀ ਬਣਦੀ ਹੈ। ਸਭ ਦੇ ਅਕਥ ਕਥੇ ਸਾ ਲਾਹੇ, ਮੇਰੇ ਪ੍ਰਭ ਸਾਚੇ ਵੇ ਪਰਵਾਹੇ। ਹੁਣ ਗੁਰੂ ਸਾਹਿਬਾਨ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਭਾਈ ਜਿਹੜਾ ਅਕਥ ਪਰਮੇਸ਼ਰ ਕਥਿਆ ਨਹੀਂ ਜਾ ਸਕਦਾ, ਇੱਕ ਸ਼ਬਦ ਹੀ ਐਸਾ ਹੈ, ਸ਼ਬਦ ਦੇ ਰਾਹੀਂ ਹੀ ਉਸ ਅਕਥ ਨੂੰ ਕਥਿਆ ਜਾ ਸਕਦਾ, ਉਹਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਕਿਉਂਕਿ ਸੁਣ ਹਰ ਕਥਾ ਉਤਾਰੀ ਮੈਲ, ਮਹਾਪਨੀਤ ਭਏ ਸਭ ਸੈਲ। ਤਾਂ ਸ਼ਬਦ ਦੀ ਵਿਚਾਰ ਸੁਣਾਂਗੇ, ਸ਼ਬਦ ਨਾਲ ਜੁੜਾਂਗੇ, ਅਤੇ ਗੁਰੂ ਸਵਾਰਿਓ ਫਿਰ ਆਪਣੇ ਆਪ ਉਹ ਕਥ ਦੀ ਸਿਫਤ ਸਲਾਹ ਹੋ ਰਹੀ ਹੈ। ਜਦੋਂ ਬਾਣੀ ਨੂੰ ਬਾਚ ਕੇ ਪੜ੍ਹਾਂਗੇ, ਪਿਆਰ ਨਾਲ ਪੜ੍ਹਾਂਗੇ, ਅਤੇ ਸ਼ਬਦ ਦੇ ਰਾਹੀਂ ਫਿਰ ਉਹ ਇੱਕ ਤਰ੍ਹਾਂ ਉਸ ਮਾਲਕ ਦੀ ਵਿਚਾਰ ਹੋ ਰਹੀ ਹੈ। ਕਿਉਂਕਿ ਬਾਣੀ ਜਿਹੜੀ ਹੈ, ਬਾਣੀ ਨਿਰੰਕਾਰ ਤੋਂ ਆਈ ਹੈ, ਧੁਰੋਂ ਦਰਗਾਹੋਂ ਆਈ ਹੈ। ਬਾਣੀ ਵਿੱਚ ਅਕਥ ਦੀ ਸਿਫਤ ਸਲਾਹ ਕੀਤੀ, ਅਕਥ ਨੂੰ ਕਥਨ ਕੀਤਾ ਗਿਆ ਹੈ। ਅਤੇ ਜਿਉਂ ਜਿਉਂ ਆਪਾਂ ਸ਼ਬਦ ਨਾਲ ਜੁੜਦੇ ਜਾਵਾਂਗੇ, ਤਿਉਂ ਤਿਉਂ ਅਸੀਂ ਉਸ ਅਕਥ ਨਾਲ ਸਾਡੀ ਨੇੜਤਾ ਵੱਧਦੀ ਜਾਵੇਗੀ। ਕਹਿੰਦੇ ਇੱਕ ਸ਼ਬਦ ਹੀ ਐਸਾ ਜਿਹੜਾ ਅਕਥ, ਜੋ ਕਥਿਆ ਨਹੀਂ ਜਾਂਦਾ, ਪਰਮੇਸ਼ਰ ਸ਼ਬਦ ਦੇ ਰਾਹੀਂ ਉਹਨੂੰ ਕਥਿਆ ਜਾ ਸਕਦਾ ਹੈ। ਉਹ ਸ਼ਬਦ ਦੇ ਰਾਹੀਂ ਉਸ ਮਾਲਕ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਮੇਰੇ ਪ੍ਰਭ ਸਾਚੇ ਬੇਪਰਵਾਹ ਹੈ। ਜਿਹੜਾ ਮੇਰਾ ਪ੍ਰਭੂ ਹੈ ਉਹ ਸੱਚਾ ਹੈ, ਉਹ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਸੰਸਾਰ ਵਿੱਚ ਵਿਚਰਦਿਆਂ ਹੋਇਆਂ ਮਨੁੱਖ ਆਪਣੇ ਜੀਵਨ ਕਾਲ 'ਚ ਆਪਾਂ ਇੱਕ ਦੂਜੇ ਦੀ ਪਰਵਾਹ ਕਰਦੇ ਹਾਂ, ਅਤੇ ਪਰਮਾਤਮਾ ਨੂੰ ਕਿਸੇ ਦੀ ਪਰਵਾਹ ਨਹੀਂ। ਉਹ ਤਾਂ ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਕ ਸੁਆਮੀ।
ਉਹਦੇ ਪਿਆਰੇ ਵੀ ਬੇਪਰਵਾਹ ਹੋ ਜਾਂਦੇ ਨੇ। ਨਾਮ ਜਪਣ ਵਾਲਾ ਉਹ ਆਪ ਬੇਪਰਵਾਹਾਂ ਦੇ ਲੜ ਲੱਗ ਕੇ ਤੇ ਉਹਦੇ ਜਿਹੜੇ ਲੜ ਲੱਗੇ ਉਹ ਵੀ ਬੇਪਰਵਾਹ ਹੋ ਜਾਂਦੇ ਨੇ। ਆਪ ਬੇਪਰਵਾਹ ਪਰਵਾਹ ਨਾਹੀ ਕਿਸੈ ਕੇਰੀ, ਤੁਧ ਬਾਝ ਸੱਚੇ ਨਾਹ। ਇਹੋ ਜਿਹੀ ਅਵਸਥਾ ਉਹਨਾਂ ਗੁਰਮੁਖਾਂ ਦੀ ਬਣ ਜਾਂਦੀ ਹੈ। ਜਿਹੋ ਜਿਸ ਤਰੀਕੇ ਨਾਲ ਆਪਾਂ ਚੇਤੇ ਕਰਾਂਗੇ ਉਸ ਮਾਲਕ ਨੂੰ, ਉਸੇ ਹੀ ਤਰੀਕੇ ਦੇ ਨਾਲ ਸਾਡੀ ਉਹੋ ਜਿਹੀ ਅਵਸਥਾ ਗੁਰੂ ਸਾਨੂੰ ਸਾਡੀ ਬਣਦੀ ਜਾ, ਉਹੋ ਜਿਹਾ ਸਾਡਾ ਸੁਭਾਅ ਬਣਦਾ ਜਾਵੇਗਾ। ਜੇ ਆਪਾਂ ਪ੍ਰੇਮ ਦੇ ਵਿੱਚ ਭਿੱਜ ਕੇ ਮਾਲਕ ਨੂੰ ਚੇਤੇ ਕਰਾਂਗੇ, ਸਾਡੇ ਅੰਦਰ ਪ੍ਰੇਮ ਉਤਪੰਨ ਹੋਵੇਗਾ। ਜੇ ਆਪਾਂ ਉਸ ਮਾਲਕ ਨੂੰ ਚੇਤੇ ਕਰਦੇ ਹਾਂ ਪਰ ਸਾਡੇ ਅੰਦਰ ਪ੍ਰੇਮ ਨਹੀਂ ਹੈ, ਤੇ ਗੁਰੂ ਸਰ ਸਾਡਾ ਸਮਾਂ ਤਾਂ ਸਫਲਾ ਹੋ ਜਾਵੇਗਾ ਪਰ ਕਿਰਪਾ ਦੇ ਪਾਤਰ ਨਹੀਂ ਬਣਾਂਗੇ। ਹੁਣ ਦੇਖੋ ਕਈ ਇਹੋ ਜਿਹੇ ਰਿਸ਼ੀ ਹੋਏ ਨੇ, ਮੁਨੀ ਹੋਏ ਨੇ, ਜਿਨ੍ਹਾਂ ਨੇ ਪਰਮਾਤਮਾ ਦੀ ਇਬਾਦਤ ਕੀਤੀ ਹੈ, ਰੱਬ ਨੂੰ ਪ੍ਰਾਪਤ ਕਰਕੇ ਰੱਬ ਪਾਸੋਂ ਵਰ ਵੀ ਪ੍ਰਾਪਤ ਕੀਤੇ ਨੇ। ਜਿਨ੍ਹਾਂ ਵਿੱਚੋਂ ਦੁਰਵਾਸਾ ਰਿਸ਼ੀ ਦਾ ਸਭ ਤੋਂ ਅੱਗੇ ਨਾਮ ਆਉਂਦਾ ਹੈ। ਦੁਰਵਾਸਾ ਰਿਸ਼ੀ ਜਿਹੜਾ ਬੜਾ ਕ੍ਰੋਧੀ ਮੰਨਿਆ ਗਿਆ, ਕ੍ਰੋਧੀ ਮੰਨਿਆ ਗਿਆ ਤੇ ਕ੍ਰੋਧ ਵਿੱਚ ਆ ਕੇ ਇਸ ਹਰ ਇੱਕ ਨੂੰ ਸ਼ਰਾਪ ਦੇਣ ਲੱਗ ਪੈਂਦਾ ਸੀ। ਤੇ ਕਾਰਨ ਕੀ ਸੀ? ਪ੍ਰੇਮ ਸੀ, ਪਰ ਪ੍ਰੇਮ ਦੇ ਨਾਲ ਨਾਲ ਹੰਕਾਰ ਵੀ ਮਨ ਦੇ ਵਿੱਚ ਸੀ। ਰਾਵਣ ਦੇ ਅੰਦਰ ਕੀ ਸੀ? ਰਾਵਣ ਇੱਕ ਧਰਮਾਤਮਾ ਸੀ, ਰਾਵਣ ਇੱਕ ਬ੍ਰਾਹਮਣ ਸੀ, ਜਿਨ੍ਹਾਂ ਉਸ ਮਾਲਕ ਦੀ ਇਬਾਦਤ ਕੀਤੀ, ਮਾਲਕ ਪਾਸੋਂ ਵਰ ਪ੍ਰਾਪਤ ਕੀਤੇ। ਪਰ ਜਦੋਂ ਰਾਵਣ ਦੇ ਅੰਦਰ ਹੰਕਾਰ ਆਇਆ, ਹੰਕਾਰ ਆਉਣ ਕਰਕੇ ਉਹੀ ਰਾਵਣ ਫਿਰ ਗੁਰੂ ਸਵਾਰੇ ਉਹਨੂੰ ਮੂਰਖ ਦਾ ਦਰਜਾ ਪ੍ਰਾਪਤ ਹੋਇਆ। ਕੁੱਲ ਦੁਨੀਆ ਦੇ ਆਪਾਂ ਗ੍ਰੰਥ ਪੜ੍ਹੀਏ ਨਾ, ਹਰ ਇੱਕ ਗ੍ਰੰਥ ਦੇ ਵਿੱਚ ਰਾਵਣ ਨਾਲ ਸਾਰਿਆਂ ਨੇ ਬੇਇਨਸਾਫੀ ਕੀਤੀ ਹੈ। ਕਿਸੇ ਨੇ ਰਾਵਣ ਨੂੰ ਕੁਝ ਆਖਣਾ ਕੀਤਾ, ਕਿਸੇ ਨੇ ਕੁਝ ਆਖਣਾ ਕੀਤਾ। ਜੇ ਇਨਸਾਫ ਕੀਤਾ ਹੈ ਰਾਵਣ ਦੇ ਨਾਲ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਹੰਕਾਰ ਦਾ ਪੱਖ ਦੇਖਿਆ ਕਿ ਰਾਵਣ ਰਾਮਚੰਦਰ ਜੀ ਦੀ ਘਰ ਵਾਲੀ ਸੀਤਾ ਜੀ ਦਾ ਹਰਨ ਕੀਤਾ, ਉਹਨੂੰ ਹਰਨ ਕਰਕੇ ਲੈ ਗਿਆ ਤੇ ਜੰਗ ਹੋਇਆ। ਜੰਗ ਵਿੱਚ ਰਾਵਣ ਹਾਰਿਆ, ਰਾਵਣ ਦੀ ਮੌਤ ਹੋਈ। ਤੇ ਅੱਗੋਂ ਸਤਿਗੁਰੂ ਨੇ ਕਹਿ ਤਾ ਕਿ ਲੰਕਾ ਗੜ੍ਹ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਇੱਕ ਪੱਖ ਦੇਖਿਆ, ਮੂਰਖ ਕਹਿ ਦਿੱਤਾ। ਜੋ ਦੂਜਾ ਪੱਖ ਦੇਖਿਆ ਸਤਿਗੁਰੂ ਜੀ ਨੇ ਕਿ ਰਾਵਣ ਨੇ ਪਰਮੇਸ਼ਰ ਨੂੰ ਖੁਸ਼ ਕਰਨ ਦੇ ਲਈ ਕਰੜੀ ਤਪੱਸਿਆ ਕੀਤੀ, ਬੰਦਗੀ ਕੀਤੀ। ਜਿਵੇਂ ਇਹਨਾਂ ਦੇ ਗ੍ਰੰਥ 'ਚ ਲਿਖਿਆ ਕਿ 10 ਵਾਰੀ ਆਪਣਾ ਸਿਰ ਵੱਢਿਆ ਤੇ 10 ਵਾਰੀ ਜੁੜ ਗਿਆ, ਨਾਮ ਪੈ ਗਿਆ ਦਹਿ ਸਿਰਾ। ਕਈ ਵਿਦਵਾਨ ਲਿਖਦੇ ਨੇ ਕਿ 10 ਸਿਰਾਂ ਜੈਸਾ ਉਹਦੇ ਕੋਲ ਗਿਆਨ ਸੀ, 10 ਦਿਮਾਗਾਂ ਜੈਸਾ ਇੰਨਾ ਦਿਮਾਗ ਸੀ ਉਹਦਾ। ਤੇ ਸਤਿਗੁਰ ਨੇ ਉਹ ਪੱਖ ਦੇਖਿਆ ਤੇ ਪਾਤਸ਼ਾਹ ਕਹਿੰਦੇ ਨੇ, ਰਾਵਣ ਹੁਤੇ ਸੋ ਰੰਕ ਨਹਿ, ਜਿਨ ਸਿਰ ਦੀਨੇ ਕਾਟ। ਤੇ ਸਤਿਕਾਰ ਦੇਣਾ ਕੀਤਾ ਕਿ ਰਾਵਣ ਜੈਸਾ ਕੋਈ ਗਰੀਬ ਨਹੀਂ, ਜਿਹਦੇ ਅੰਦਰ ਇੰਨੀ ਨਿਮਰਤਾ ਸੀ, ਪਰਮੇਸ਼ਰ ਨੂੰ ਖੁਸ਼ ਕਰਨ ਦੇ ਲਈ ਆਪਣਾ ਸੀਸ ਵੀ ਕੁਰਬਾਨ ਕਰ ਦਿੱਤਾ। ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਨਸਾਫ ਕੀਤਾ ਹੈ। ਸੋ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਕਿ ਭਾਈ ਜਿਹੜੇ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਨੇ। ਗੱਲ ਚੱਲ ਰਹੀ ਸੀ ਕਿ ਪ੍ਰੇਮ ਤੋਂ ਬਿਨਾਂ ਕੀਤੇ ਹੋਏ ਕਰਮ ਜਿਹੜੇ ਨੇ ਉਹਦੇ ਰਾਹੀਂ ਸਾਡੇ ਅੰਦਰ ਹੰਕਾਰ ਆਉਂਦਾ ਹੈ। ਜਦੋਂ ਹੰਕਾਰ ਆਉਂਦਾ ਹੈ ਤੇ ਹੰਕਾਰ ਕਰਕੇ ਫਿਰ ਪ੍ਰਮਾਤਮਾ ਨਾਲ ਜਿਹੜੀ ਵਿੱਥ ਬਣਦੀ ਜਾਂਦੀ ਹੈ। ਤੇ ਜਿਹੜੇ ਪ੍ਰਭੂ ਦੇ ਪਿਆਰੇ ਨੇ ਉਸ ਮਾਲਕ ਦੀ ਸਿਫਤ ਸਲਾਹ ਕਰਦੇ ਨੇ, ਉਹ ਬੇਪਰਵਾਹ ਦੇ ਗੁਣ ਗਾਇਨ ਕਰਕੇ ਬੇਪਰਵਾਹ ਜੈਸੇ ਹੀ ਹੋ ਜਾਂਦੇ ਹਨ। ਆਪੇ ਗੁਣ ਦਾਤਾ ਸ਼ਬਦ ਮਿਲਾਏ, ਸ਼ਬਦੈ ਕਾ ਰਸ ਤਾਹਾ ਹੈ। ਪਰਮਾਤਮਾ ਆਪੇ ਗੁਣਾਂ ਦਾ ਦਾਤਾ ਹੈ। ਗੁਣਾਂ ਦਾ ਦਾਤਾ ਪਰਮੇਸ਼ਰ, ਸ਼ੁਭ ਗੁਣ ਪੈਦਾ ਕਰਨ ਵਾਲਾ। ਉਹ ਆਪ ਹੀ ਜਿਹੜੇ ਨੂੰ ਚੰਗੇ ਲੱਗਦੇ ਇਹਨਾਂ ਨੂੰ ਸ਼ਬਦ ਮਿਲਾਏ, ਗੁਰੂ ਦੇ ਸ਼ਬਦ ਨਾਲ ਮਿਲਾ ਦਿੰਦਾ ਹੈ। ਤੇ ਉਹ ਸ਼ਬਦ ਨਾਲ ਮਿਲਦੇ ਹਨ, ਸ਼ਬਦ ਦਾ ਅਭਿਆਸ ਕਰਦੇ ਹਨ। ਤੇ ਸ਼ਬਦੈ ਕਾ ਰਸ ਤਾਹਾ ਹੈ। ਜਿਉਂ-ਜਿਉਂ ਅਭਿਆਸ ਕਰਦੇ ਜਾਂਦੇ ਹਨ
ਤਿਉਂ ਤਿਉਂ ਉਹਨਾਂ ਨੂੰ ਗੁਰੂ ਦੇ ਸ਼ਬਦ ਦਾ ਰਸ ਆਉਣ ਲੱਗ ਪੈਂਦਾ ਹੈ। ਉਸੇ ਹੀ ਰਸ ਵਿੱਚ ਉਹ ਸਦੀਵੀ ਕਾਲ ਲਈ ਸਮਾਏ ਰਹਿੰਦੇ ਹਨ, ਇਸ ਰਸ ਨੂੰ ਮਾਣਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ 'ਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਚੜ੍ਹੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ